ਹਾਂਜੀ, ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ YouTube ਚੈਨਲ 'ਤੇ। ਜਿਵੇਂ ਕਿ ਮਿਤੀ 21/1/2024 ਨੂੰ ਸੀਟੈਟ ਦਾ ਜਿਹੜਾ ਪੇਪਰ ਹੈਗਾ ਉਹ ਹੋਇਆ ਗਾ, ਔਰ ਉਸ ਦੇ ਵਿੱਚ ਜੋ ਪੰਜਾਬੀ ਦਾ ਪੇਪਰ ਹੋਇਆ ਸੀਗਾ, ਪੰਜਾਬੀ ਦਾ ਜੋ ਪਾਰਟ ਆਉਂਦਾ ਉਸ ਦੀ ਆਪਾਂ ਅੱਜ ਆਨਸਰ ਕੀ ਦੀ ਜਿਹੜੀ ਗੱਲ ਕਰਾਂਗੇ ਇਹਦੇ ਵਿੱਚ। ਕਿਉਂਕਿ ਇਸ ਤੋਂ ਪਹਿਲਾਂ ਵੀ ਜਿੰਨੇ ਵੀ ਜਿਹੜੇ PS ਟੈਟ ਦੇ ਪੇਪਰ ਹੋਏ ਹੈਗੇ, ਇਸ ਤੋਂ ਪਹਿਲਾਂ ਪੇਪਰ ਹੋਇਆ ਸੀਗਾ ਸੀਟੈਟ ਦੇ ਹੋਇਆ, ਉਹਨਾਂ ਦੇ ਵਿੱਚ ਅਕਸਰ ਹੀ ਜਿਹੜੇ ਆਪਣੇ ਕਰਵਾਏ ਦੇ ਵਿੱਚੋਂ ਹੀ ਜਿਹੜੇ ਵਾਰ-ਵਾਰ ਕੁਐਸਚਨ ਹੈਗੇ ਉਹ ਦੇਖਣ ਨੂੰ ਮਿਲਦੇ ਗਿਆ। ਤਾਂ ਤੁਹਾਡਾ ਜਿਹੜਾ ਪੇਪਰ ਹੈ ਉਮੀਦ ਕਰਦੇ ਹਾਂ ਵੀ ਸਾਰਿਆਂ ਦਾ ਇਸ ਵਾਰ ਵੀ ਵਧੀਆ ਹੋਇਆ ਹੋਵੇਗਾ। ਔਰ ਇੱਕ ਨਾਲ ਦੀ ਨਾਲ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਜਿੱਥੇ ਕਿਤੇ ਢਾਹ ਲੱਗਦੀ ਹੈਗੀ ਆ, ਬਿਲਕੁਲ ਅਸੀਂ ਦੇਖਦੇ ਹਾਂ ਵੀ ਇਹ ਸੈਂਟਰ ਲੈਵਲ ਦਾ ਇੱਕ ਪੇਪਰ ਹੁੰਦਾ ਗਾ, ਜਿਹੜਾ ਸੀਟੈਟ ਦਾ ਜਿਹੜਾ ਪੇਪਰ ਹੈਗਾ। ਕਿਉਂਕਿ ਆਪਣੇ ਪੰਜਾਬ ਦੇ ਵਿੱਚ PTET ਹੁੰਦਾ, ਸੈਂਟਰ ਦਾ ਜਿਹੜਾ ਸੀਟੈਟ ਹੋ ਜਾਂਦਾ ਗਾ। ਤਾਂ ਪਹਿਲਾਂ ਕਦੇ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਿੱਚ ਨਹੀਂ ਮਿਲੀਆਂ ਕਿ ਪੇਪਰ ਹੈ ਜਿਹੜਾ ਲੀਕ ਹੋਇਆ ਹੋਵੇ ਸੀਟੈਟ ਦਾ, ਠੀਕ ਆ। ਕਿਉਂਕਿ PTET ਤਾਂ ਅਕਸਰ ਹੀ ਸਾਨੂੰ ਜਿਹੜੀਆਂ ਖਬਰਾਂ ਦੇਖਣ ਵਿੱਚ ਮਿਲ ਜਾਂਦੀਆਂ ਵੀ PTET ਦਾ ਜਿਹੜਾ ਪੇਪਰ ਹੈਗਾ ਉਹ ਲੀਕ ਹੋ ਗਿਆ। ਪਰ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਵੀ ਜਿਹੜਾ ਸੀਟੈਟ ਦਾ ਫਸਟ ਜਿਹੜਾ ਪੇਪਰ ਹੁੰਦਾ ਗਾ ETT ਵਾਲਿਆਂ ਵਾਸਤੇ, ਉਹਨਾਂ ਦੇ ਪੇਪਰ ਹੈ ਜਿਹੜਾ ਲੀਕ ਹੋਣ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਪਰ ਇੱਥੇ ਬੜੀ ਦੁੱਖ ਦੀ ਗੱਲ ਹੁੰਦੀ ਹੈ ਕਿ ਜੋ ਵਿਦਿਆਰਥੀ ਹੁੰਦੇ ਗਿਆ, ਇਹਨਾਂ ਨੇ ਬੜੀ ਹੀ ਮਿਹਨਤ ਮੁਸ਼ੱਕਤ ਦੇ ਨਾਲ ਜਿਹੜੇ ਇੱਥੋਂ ਤੱਕ ਪਹੁੰਚੇ ਹੁੰਦੇ, ਔਰ ਹਰ ਇੱਕ ਨੂੰ ਇੱਕ ਆਸ ਹੁੰਦੀ ਹੈ ਕਿ ਇਸ ਲੈਵਲ 'ਤੇ ਜਾ ਕੇ ਜਿਹੜਾ ਸਾਡਾ ਪੇਪਰ ਹੈਗਾ ਉਹ ਕਲੀਅਰ ਹੋਣਾ ਗਾ। ਤਾਂ ਇਹ ਅਕਸਰ ਹੀ ਜਿਹੜੀਆਂ ਮੰਦਭਾਗੀ ਅਸੀਂ ਕਹਿ ਸਕਦੇ ਹਾਂ, ਇਹਨਾਂ ਨੂੰ ਦੁੱਖ ਭਰੀ ਜਿਹੜੀ ਗੱਲ ਵੀ ਹੁੰਦੀ ਹੈਗੀ ਆ। ਕਿਉਂਕਿ ਮਿਹਨਤ ਜਿਹੜੀ ਕਰਨੀ ਅਤੇ ਮਿਹਨਤ ਦਾ ਜਿਹੜਾ ਫਲ ਮਿਲਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ। ਔਰ ਜਿੱਥੇ ਇਹ ਮਿਹਨਤ ਕਰਨ ਵਾਲੇ ਹੁੰਦੇ ਆ, ਕਿਤੇ ਨਾ ਕਿਤੇ ਉਹ ਮਾਨਸਿਕਤਾ ਦੇ ਤੌਰ 'ਤੇ ਪੱਧਰ 'ਤੇ ਵੀ ਜਿਹੜੇ ਪਛੜ ਜਾਂਦੇ ਗਿਆ। ਕਿਉਂਕਿ ਹਮੇਸ਼ਾ ਹੀ ਇੱਦਾਂ ਲੱਗਦਾ ਰਹਿੰਦਾ ਵੀ ਪਤਾ ਨਹੀਂ ਅੱਗੇ ਜਾ ਕੇ ਸਾਡਾ ਕੁਛ ਬਣੂਗਾ ਵੀ ਕਿ ਨਹੀਂ, ਕੁਛ ਅੱਗੇ ਜਾ ਕੇ ਹੋਣਾ ਵੀ ਹੈ ਕਿ ਨਹੀਂ। ਤਾਂ ਇਸ ਤਰ੍ਹਾਂ ਦਾ ਜਿਹੜਾ ਅਕਸਰ ਹੀ ਮਨ ਦੇ ਵਿੱਚ ਜਿਹੜਾ ਸਾਡੇ ਚੱਲਦਾ ਰਹਿੰਦਾ ਗਾ। ਤਾਂ ਚਲੋ ਆਪਾਂ ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਆਪਾਂ ਆਪਣੇ ਜਿਹੜੇ ਪੇਪਰ ਦੀ ਆਨਸਰ ਕੀ ਦੀ ਆਪਾਂ ਗੱਲ ਕਰਾਂਗੇ। ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਚਲੋ ਆਪਾਂ ਅੱਜ ਗੱਲ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦੇ ਵਿੱਚ ਇੱਕ ਪੈਰਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਕਹਿੰਦੇ ਧੀ ਧਿਆਣੀ ਘਰ ਵਿੱਚ ਗਊ ਸਮਾਨ ਹੁੰਦੀ ਹੈ, ਮੂੰਹ ਫਾੜ ਕੇ ਕਦੇ ਵੀ ਆਪਣੇ ਵਿਆਹ ਦੀ ਗੱਲ ਹੈ ਜਿਹੜੀ ਨਹੀਂ ਤੋਰਦੀ। ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਧੀ ਦੇ ਮਨ ਵਿੱਚ ਲਾਲਸਾਵਾਂ ਜਾਂ ਵਾਸ਼ਨਾਵਾਂ ਕਦੇ ਪੈਦਾ ਨਹੀਂ ਹੁੰਦੀਆਂ। ਪਰ ਮਨੁੱਖ ਜਾਤੀ ਦੇ ਲੋਕ ਅਕਸਰ ਹੀ ਸਦਾਚਾਰਕ ਕਦਰਾਂ ਸਦਕਾ, ਪਰਿਵਾਰਕ ਸੰਸਕਾਰਾਂ ਸਦਕਾ ਇਸ ਕਾਂ ਭੁੱਖ ਉੱਤੇ ਕੰਟਰੋਲ ਕਰਨ ਦੀ ਸਮਰੱਥਾ ਰੱਖਦੇ ਹਨ। ਮਨੁੱਖ ਅਤੇ ਪਸ਼ੂ ਵਿਚਕਾਰ ਇਹੋ ਵੱਡਾ ਜਿਹੜਾ ਅੰਤਰ ਹੈ ਕਿ ਮਨੁੱਖ ਕਦੇ ਵੀ ਆਪਣੀਆਂ ਵਾਸ਼ਨਾਵਾਂ ਅੱਗੇ ਹਾਰ ਨਹੀਂ ਮੰਨਦਾ। ਇਹ ਵੱਖਰੀ ਗੱਲ ਹੈ ਕਿ ਜਿਹੇ ਭਾਵ ਕਦੇ ਕਦਾਈ ਲੋਕ ਗੀਤਾਂ ਧਿਆਨ ਵਿੱਚ ਰੱਖਣਾ। ਸਾਡੇ ਕੋਲ ਇੱਕ ਕੁਐਸਚਨ ਆ ਗਿਆ, ਲੋਕ ਗੀਤਾਂ ਵਿੱਚ ਮੂੰਹ ਜ਼ੋਰ ਹੋ ਕੇ ਆਖ ਦਿੰਦੇ ਹਨ ਕਿ ਮੈਨੂੰ ਵਿਆਹ ਦੇ ਬਾਬਲਾ ਵੇ, ਮੈਂ ਕੋਠੇ ਜਿੱਡੀ ਹੋਈ। ਘਰ ਧੀ ਮੁਟਿਆਰ ਹੋਵੇ ਤਾਂ ਬਾਬਲ, ਅਮੜੀ, ਚਾਚੇ, ਤਾਏ, ਭਰਾ, ਨਾਨੇ, ਮਾਮੇ ਸਾਰੇ ਚਿੰਤਾਤਰ ਹੋ ਜਾਂਦੇ ਆ। ਲੋਕ ਲਾਜ ਅਤੇ ਖੁਨਾਮੀ ਦਾ ਜਿਹੜਾ ਡਰ ਹੈਗਾ ਸਮੁੱਚੀ ਬਰਾਦਰੀ ਨੂੰ ਧੀ ਦਾ ਜਿਹੜਾ ਕਾਜ ਰਚਾਉਣ ਲਈ ਬੇਵੱਸ ਕਰ ਦਿੰਦਾ ਗਾ। ਉਂਝ ਤਾਂ ਪੁਰਾਤਨ ਸਮੇਂ ਦਾ ਜਿਹੜਾ ਸਮਾਜ ਧੀ ਨੂੰ ਉਸ ਦੇ ਵਰ ਬਾਰੇ ਕਦੇ ਵਿਸ਼ਵਾਸ ਵਿੱਚ ਨਹੀਂ ਸੀ ਲੈਂਦਾ। ਪਰ ਸੁਹਾਗ ਗੀਤਾਂ ਵਿੱਚ ਅੰਦਰ ਕਿਤੇ ਕਿਤੇ ਜਿਹੜੀ ਅਜਿਹੀ ਪੁੱਛ ਪੜਤਾਲ ਦਾ ਸੰਕੇਤ ਪ੍ਰਾਪਤ ਹੋ ਜਾਂਦਾ ਹੈ। ਚੰਨਣ ਦੇ ਓਲੇ ਖੜੀ ਬੇਟੀ ਬਾਵਲ ਕੋਲੋਂ, ਤਾਰਿਆਂ ਵਿੱਚੋਂ ਚੰਨ, ਚੰਨਾਂ ਵਿੱਚੋਂ ਕਾਹਣ, ਅਰਥਾਤ ਕਨ੍ਹਈਆ ਵਰ ਦੀ ਲੋਚਾ ਕਰਦੀ ਹੈ। ਕਿਸ ਵਰ ਦੀ ਲੋਚਾ ਕਰਦੀ ਹੈ? ਕਨ੍ਹਈਆ ਵਰ ਦੀ। ਸਾਡੀ ਲੋਕ ਮਾਨਸਿਕਤਾ ਵਿੱਚ ਰਾਮ ਅਤੇ ਸ਼ਾਮ ਪੂਰਨ ਮਨੁੱਖਤਾ ਦੇ ਦੋ ਪ੍ਰਤੀਕਾਤਮਕ ਕਿਰਦਾਰ ਸਮਾਏ ਹੋਏ ਹਨ। ਹੁਣ ਪੁੱਤਰ ਜਿਹੜਾ ਰਾਮ ਵਰਗਾ ਲੋਚਾ ਕੀਤੀ ਜਾਂਦੀ ਹੈ ਅਤੇ ਪਤੀ ਕਿਸ ਵਰਗਾ ਹੋਵੇ? ਸ਼ਾਮ ਵਰਗਾ। ਕ੍ਰਿਸ਼ਨ ਦਾ ਕਿਰਦਾਰ 16 ਕਲਾਵਾਂ ਜਿਹੜਾ ਸੰਪੂਰਨ, ਕ੍ਰਿਸ਼ਨ ਦਾ ਅਵਤਾਰ ਕਿਸ ਤਰ੍ਹਾਂ ਦਾ? 16 ਕਲਾ ਸੰਪੂਰਨ ਪੁਰਸ਼ ਦਾ ਕਿਰਦਾਰ। ਕ੍ਰਿਸ਼ਨ ਕਨ੍ਹਈਆ ਨੀਤੀਵਾਨ, ਬਹਾਦਰ ਯੋਧਾ, ਦੂਰ ਅੰਦੇਸ਼, ਚੰਚਲ, ਸਖਾ ਅਤੇ ਮੁਕੰਮਲ ਮਰਦਾਨਗੀ ਦੇ ਗੁਣਾਂ ਦਾ ਧਾਰਨੀ ਹੋਵੇ। ਹੁਣ ਦੇਖੋ, ਇਸ ਨੂੰ ਅਸੀਂ ਜਦੋਂ ਧਿਆਨ ਨਾਲ ਇਸ ਨੂੰ ਪੜ੍ਹਨਾ ਹੁੰਦਾ, ਕਦੇ ਵੀ ਜਦੋਂ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਕਰਨੇ ਆ ਪੇਪਰ ਦੇ ਵਿੱਚ, ਬਿਲਕੁਲ ਵੀ ਕਾਹਲ ਨਹੀਂ ਕਰਨੀ ਚਾਹੀਦੀ। ਦੇਖਦੇ ਹਾਂ ਆਪਾਂ ਇਸ ਵਿੱਚੋਂ ਜਿਹੜਾ ਪਹਿਲਾ ਪ੍ਰਸ਼ਨ ਜਿਹੜਾ ਕਿਸ ਤਰ੍ਹਾਂ ਦਾ ਹੈਗਾ।
ਕਹਿੰਦੇ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਪੁਰਾਤਨ ਸਮੇਂ, ਰਾਮ ਵਰਗਾ, ਲੋਕ ਗੀਤ, ਕੰਟਰੋਲ ਕਰਨਾ। ਅਤੇ ਇਹਦੇ ਵਿੱਚ ਜਿਹੜਾ ਸਹੀ ਆਨਸਰ ਹੈਗਾ ਉਹ ਹੈਗਾ ਲੋਕ ਗੀਤ। ਸੁਹਾਗ ਕਦੋਂ ਗਾਏ ਜਾਂਦੇ ਆ? ਦੇਖੋ ਵੀ ਸੁਹਾਗ ਜਿਹੜੇ ਕੁੜੀ ਦੇ ਵਿਆਹ 'ਤੇ ਗਾਏ ਜਾਂਦੇ ਆ, ਅਤੇ ਘੋੜੀਆਂ ਹੁੰਦੀਆਂ ਜਿਹੜੀਆਂ ਉਹ ਮੁੰਡੇ ਦੇ ਵਿਆਹ 'ਤੇ ਜਿਹੜੀਆਂ ਗਾਈਆਂ ਜਾਂਦੀਆਂ ਹਨ। ਠੀਕ ਹੈ, ਸੁਹਾਗ ਕੁੜੀ ਦੇ ਵਿਆਹ 'ਤੇ ਗਾਏ ਜਾਣ ਵਾਲੇ ਲੋਕ ਗੀਤ, ਅਤੇ ਘੋੜੀਆਂ ਮੁੰਡੇ ਦੇ ਵਿਆਹ 'ਤੇ ਗਾਏ ਜਾਣ ਵਾਲੇ ਲੋਕ ਗੀਤ ਹੈਗੇ ਆ। ਅੱਗੇ ਪਹਿਰੇ ਵਿੱਚ 16 ਕਲਾਵਾਂ ਦਾ ਜਿਹੜਾ ਧਾਰਨੀ ਕਿਸ ਨੂੰ ਕਿਹਾ ਗਿਆ? ਤਾਂ 16 ਕਲਾਵਾਂ ਦਾ ਜਿਹੜਾ ਧਾਰਨੀ ਗਾ ਉਹ ਕ੍ਰਿਸ਼ਨ ਨੂੰ ਜਿਹੜਾ ਕਿਹਾ ਗਿਆ। ਧੀ ਕਿਹੋ ਜਿਹੇ ਵਰ ਦੀ ਲੋਚਾ ਕਰਦੀ ਹੈ? ਤਾਂ ਧੀ ਕਰਦੀ ਹੈ ਜਿਹੜੀ ਨਹੀਂ ਰੱਖਦੀ। ਧੀ ਕਿਹੋ ਜਿਹੇ ਵਰ ਦੀ ਲੋਚਾ ਨਹੀਂ ਰੱਖਦੀ? ਉਹ ਜਿਹੜਾ ਸੂਰਜ ਵਰਗਾ ਜਿਹੜਾ ਗਰਮ ਖਿਆਲੀ ਜਿਹੜਾ ਹੋਵੇ ਉਸ ਦੀ ਲੋਚਾ ਨਹੀਂ ਰੱਖਦੀ। ਉਹ ਕਾਨ, ਕਨ੍ਹਈਆ ਅਤੇ ਚੰਨ ਵਰਗੇ ਜਿਹੜੇ ਆਪਣੇ ਮਾਹੀ ਦੀ ਜਿਹੜੀ ਲੋਚਾ ਗੀ ਉਹ ਰੱਖਦੀ ਹੈਗੀ ਆ। ਸਾਡੀ ਲੋਕ ਧਾਰਨਾ ਮੁਤਾਬਕ ਬੇਟਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਤਾਂ ਬੇਟਾ ਆਪਾਂ ਦੇਖੋ ਉਹਦੇ ਵਿੱਚ ਕੀਤਾ ਸੀ ਰਾਮ ਵਰਗਾ ਹੋਣਾ ਚਾਹੀਦਾ, ਅਤੇ ਪਤੀ ਕਿਹਦੇ ਵਰਗਾ ਹੋਣਾ ਚਾਹੀਦਾ? ਸ਼ਾਮ ਵਰਗਾ ਹੋਣਾ ਚਾਹੀਦਾ ਗਾ। ਚੰਚਲ, ਹੁਣ ਦੇਖੋ ਧਿਆਨ ਨਾਲ, ਚੰਚਲ ਦਾ ਵਿਰੋਧੀ ਸ਼ਬਦ ਕੀ ਹੈ? ਦੇਖੋ ਚੰਚਲ ਹੁੰਦਾ ਜਿਹੜਾ ਇੱਕ ਤੇਜ਼ ਤਰਾਰ ਆਦਮੀ ਹੁੰਦਾ, ਚਲਾਕ, ਤਿੱਖਾ ਹੋਵੇ। ਪਰ ਇਹਦਾ ਜਿਹੜਾ ਇਹਨਾਂ ਨੇ ਕੀ ਪੁੱਛਿਆ? ਵਿਰੋਧੀ ਸ਼ਬਦ। ਅਤੇ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਹੋਊਗਾ ਸੁਸਤ। ਚੰਚਲ ਦਾ ਵਿਰੋਧੀ ਕੀ ਆਊਗਾ? ਸੁਸਤ ਆਊਗਾ ਵੀ। ਮੈਂ ਕੋਠੇ ਜਿੱਡੀ ਹੋਈ ਤੁਕ ਤੋਂ ਕੀ ਭਾਵ ਹੈਗਾ? ਮੈਂ ਕੋਠੇ ਜਿੱਡੀ ਹੋਈ ਤੁਕ ਹੈਗੀ ਜਿਹੜੀ, ਇਸ ਤੋਂ ਭਾਵ ਹੈ ਕਿ ਮੈਂ ਮੁਟਿਆਰ ਹੋ ਗਈ ਹਾਂ। ਇਹਦੇ ਵਿੱਚ ਇੱਕ ਬਾਬਲ ਨੂੰ ਸੰਬੋਧਿਤ ਕਰਕੇ ਜਿਹੜੀ ਕੀਤੀ ਗਈ ਹੈਗੀ ਆ ਗੱਲ, ਕਿ ਮੈਂ ਮੁਟਿਆਰ ਹੋ ਗਈ ਹਾਂ, ਅਤੇ ਬਾਬਲ ਹੁਣ ਤੂੰ ਜਿਹੜਾ ਘਰ ਦੀ ਜਿਹੜੀ ਇੱਜ਼ਤ ਹੁੰਦੀ ਹੈ ਧੀ, ਅਤੇ ਉਹ ਉਸਦੇ ਇੱਕ ਵਿਆਹ ਦੀ ਜਿਹੜੀ ਦੇਖੋ ਇੱਕ ਆਪਾਂ ਕਹਿੰਦੇ ਇੱਕ ਕਾਮਿਕ ਭਾਵਨਾਵਾਂ ਹੁੰਦੀਆਂ, ਜਿੱਥੇ ਬੇਸ਼ੱਕ ਕੁੜੀ ਆ ਜਿਹੜੀ ਕਿ ਆਪਣੇ ਜਿਹੜੇ ਮਾਪਿਆਂ ਨੂੰ ਉਹ ਸੰਬੋਧਨ ਕਰਕੇ ਜਿਹੜੀ ਨਹੀਂ ਕਹਿ ਸਕਦੀ ਗੀ। ਠੀਕ ਆ, ਪਰ ਇਹ ਸਾਡਾ ਜਿਹੜਾ ਇੱਕ ਫਿਤਰਤ ਹੁੰਦੀ ਹੈਗੀ ਆ ਕਿ ਐਟੋਮੈਟਿਕ ਦੇਖੋ ਜਿਵੇਂ ਹੁਣ ਇਹਨਾਂ ਨੇ ਇਹਦੇ ਵਿੱਚ ਕਿਹਾ ਗਿਆ ਉਸਦੇ ਮੂੰਹੋਂ ਹੋਇਆ ਕਿ ਮੈਂ ਕੋਠੇ ਜਿੱਡੀ ਹੋਈ, ਮੈਂ ਮੁਟਿਆਰ ਹੋ ਗਈ ਹਾਂ। ਠੀਕ ਆ, ਅਤੇ ਮਾਂ ਬਾਪ ਨੂੰ ਹੁਣ ਕੀ ਆ ਉਸ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਗਾ। ਅੱਗੇ ਨੈਕਸਟ ਦੇਖੋ, ਕਹਿੰਦੇ ਪਹਿਰੇ ਅਨੁਸਾਰ ਘਰ ਵਿੱਚ ਬੇਟੀ ਦੀ ਕਿਹੋ ਜਿਹੀ ਹਾਲਤ ਹੈਗੀ ਆ? ਤਾਂ ਉਹ ਹੈਗੀ ਹੈ ਗਊ ਵਰਗੀ। ਕਿਸ ਤਰ੍ਹਾਂ ਦੀ ਆ? ਗਊ ਵਰਗੀ। ਪਹਿਰੇ ਅਨੁਸਾਰ ਘਰ ਦੇ ਸਾਰੇ ਲੋਕਾਂ ਨੂੰ ਕਿਉਂ ਫਿਕਰ ਹੋ ਜਾਂਦਾ ਹੈ? ਕਿਉਂ ਫਿਕਰ ਹੋ ਜਾਂਦਾ ਵੀ? ਕਿਉਂਕਿ ਮੁਟਿਆਰ ਧੀ ਨੂੰ ਵੇਖ ਕੇ ਸਾਰਿਆਂ ਨੂੰ ਫਿਕਰ ਹੋ ਜਾਂਦਾ ਗਾ। ਅੱਗੇ ਨੈਕਸਟ ਪੈਰਾ ਹੈਗਾ, ਇਹ ਵੀ ਬੜਾ ਸੌਖਾ ਸੀਗਾ ਪੈਰਾ, ਕਿਉਂਕਿ ਸਾਰਾ ਪੇਪਰ ਹੀ ਜਿਹੜਾ ਹੈਗਾ ਕਰਵਾਏ ਦੇ ਵਿੱਚੋਂ ਹੀ ਤਕਰੀਬਨ ਜਿਹੜਾ ਬਣਿਆ ਹੋਇਆ ਪੇਪਰ ਹੈ। ਕਹਿੰਦੇ ਅੱਖੀਂ ਲੱਗੀਆਂ ਮੁੜਨਾ ਵੀਰ ਮੇਰੇ, ਹੀਰ ਵਾਰ ਘੱਤ ਬਲਿਹਾਰੀਆਂ ਵੇ, ਵਹਿਣ ਪਏ ਦਰਿਆ ਨਾ ਕਦੇ ਮੁੜਦੇ, ਵੱਡੇ ਲਾਏ ਰਹੇ ਜਰ ਜਾਰੀਆਂ ਵੇ, ਲਹੂ ਕੀਕਰੂ ਨਿਕਲੇ ਨਾਹੇ ਤਾਈਂ, ਜਿੱਥੇ ਲੱਗੀਆਂ ਤੇਜ ਕਟਾਰੀਆਂ ਵੇ, ਲੱਗੇ ਦਸਤ ਇੱਕ ਵਾਰ ਨਾ ਬੰਦ ਕੀਚਣ, ਵੈਦ ਲਿਖਦੇ ਵੈਦਗੀ ਸਾਰੀਆਂ ਵੇ, ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਇਹ ਨਹੀਂ ਸੁਖਾਲੀਆਂ ਯਾਰੀਆਂ ਵੇ, ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੀ, ਵੇਖ ਇਸ਼ਕ ਬਣਾਈਆਂ ਖਵਾਰੀਆਂ ਵੇ, ਭਾਬੀ ਖਿਜ਼ਾ ਦੀ ਰੁੱਤ ਜਾਂ ਆਣ ਪਹੁੰਚੀ, ਭੌਰ ਆਸਰੇ 'ਤੇ ਪਏ ਜਾਲਦੇ ਨੀ, ਸੇਵਣ ਬੁਲਬੁਲਾ ਬੂਟਿਆਂ ਸੁੱਕਿਆਂ ਨੂੰ, ਫਿਰ ਫੁੱਲ ਲੱਗਣ ਨਾਲ ਡਾਲਦੇ ਨੀ, ਅਸਾਂ ਜਦੋਂ ਕਦੋਂ ਉਹਨਾਂ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲਦੇ ਨੀ, ਜਿਨ੍ਹਾਂ ਸੂਲੀਆਂ 'ਤੇ ਲਾਏ ਜਾਏ ਝੂਟੇ, ਮਨਸੂਰ ਹੋ ਗਏ ਸਾਡੇ ਨਾਲ ਦੇ ਨੀ, ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਥੀਆਵਣਾ ਭਾਲਦੇ ਨੀ। ਦੇਖੋ ਇਹਦੇ ਵਿੱਚੋਂ ਕਹਿੰਦੇ ਉਪਰੋਕਤ ਕਾਬੰਦ ਵਿੱਚ ਕਿਸ ਦਾ ਹਿੱਸਾ ਹੈਗਾ ਇਹ? ਅਤੇ ਵਾਰਿਸ ਦੀ ਹੀਰ ਕਿੱਸੇ ਦਾ ਜਿਹੜਾ ਇੱਕ ਹਿੱਸਾ ਗਾ। ਕਟਾਰੀਆਂ ਤੋਂ ਕੀ ਭਾਵ? ਆਪਾਂ ਨੂੰ ਸਾਰਿਆਂ ਨੂੰ ਪਤਾ ਕਟਾਰੀਆਂ ਤੋਂ ਭਾਵ ਹੁੰਦਾ ਛੁਰੀਆਂ। ਸੁਹਾਣੇ ਕਿਸ ਨੂੰ ਕਿਹਾ ਗਿਆ? ਸੁਹਾਣੇ ਕਿਹਾ ਗਿਆ ਰੁੱਖ ਨੂੰ ਕਿਹਾ ਗਿਆ। ਇਹਦੇ ਵਿੱਚ ਵਹਿਣ ਪਏ ਦਰਿਆ ਨਾ ਕਦੇ ਮੁੜਦੇ, ਪੰਕਤੀ ਦਾ ਕੀ ਇਹਦੇ ਵਿੱਚ ਭਾਵ ਹੈਗਾ? ਦੇਖੋ ਕੀ ਕਹਿੰਦਾ ਇਹ, ਦੇਖੋ ਇਸ ਭਾਵ ਨੂੰ, ਵਹਿਣ ਪਏ ਦਰਿਆ ਨਾ ਕਦੇ ਮੁੜਦੇ, ਵੱਡੇ ਲਾਏ ਰਹੇ ਜਰ ਜਾਰੀਆਂ ਵੀ। ਦੇਖੋ ਜਦੋਂ ਕਹਿੰਦੇ ਜਿਹੜੇ ਪਾਣੀ ਹੈਗੇ ਆ ਇੱਕ ਵਾਰ ਜਦੋਂ ਲੰਘ ਜਾਂਦੇ ਆ ਤਾਂ ਉਹ ਫਿਰ ਕਦੇ ਵੀ ਵਾਪਸ ਆ ਜਿਹੜੇ ਨਹੀਂ ਮੁੜਦੇ, ਤਾਂ ਇਹਦੇ ਵਿੱਚ
ਸਾਡੇ ਕੋਲ ਦੇਖੋ ਅਕਸਰ ਹੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਤਾਂ ਉਹਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਉਲਝਾਇਆ ਜਾਂਦਾ ਗਾ। ਇਹਦਾ ਜਿਹੜਾ ਸਹੀ ਜਿਹੜਾ ਆਨਸਰ ਹੈਗਾ 99% ਜਿਹੜਾ ਆਨਸਰ ਬਣਦਾ ਉਹ ਇਹਦਾ ਬਣੂਗਾ ਦਰਿਆ ਦਾ ਪਾਣੀ ਹੈ ਜਿਹੜਾ ਵਾਪਸ ਨਹੀਂ ਮੁੜਦਾ। ਪਰ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਇਸ਼ਕ ਤੋਂ ਪਿੱਛੇ ਹਟਣਾ ਜਿਹੜਾ ਉਹ ਮੁਸ਼ਕਲ ਹੈਗਾ, ਇਹ ਵੀ ਅਸੀਂ ਇਹਨੂੰ 1% ਦੇ ਵਿੱਚ ਇਸ ਨੂੰ ਰੱਖਾਂਗੇ, ਕਿਉਂਕਿ ਇਸ ਅਕੋਰਡਿੰਗ ਜਿਹੜਾ ਹੈਗਾ ਪੈਰੇ ਦੇ ਅਕੋਰਡਿੰਗ ਵੱਖ-ਵੱਖ ਜਿਹੜੇ ਭਾਵ ਹੈਗੇ ਉਹ ਇਹਦੇ ਵਿੱਚੋਂ ਲਏ ਜਾਂਦੇ ਹੈਗੇ ਆ। ਨੈਕਸਟ ਅਸੀਂ ਦੇਖੀਏ ਉਪਰੋਕਤ ਸਤਰਾਂ ਅਨੁਸਾਰ ਪਿਆਰ ਪੁਗਾਉਣ ਲਈ ਕੀ ਦੇਣਾ ਪੈਂਦਾ ਗਾ। ਤਾਂ ਇਹਦੇ ਵਿੱਚ ਕੀ ਆ, ਪਿਆਰ ਪੁਗਾਉਣ ਦੇ ਲਈ ਦੇਖੋ ਉਹਨਾਂ ਨੇ ਕਿਹਾ ਨਾ ਸਿਰ ਦਿੱਤਿਆਂ, ਤਾਂ ਇਹਦੇ ਵਿੱਚੋਂ ਸਿਰ ਦੇਣਾ ਪੈਂਦਾ ਗਾ। ਖਿਜਾ ਕਿਹੜੀ ਰੁੱਤ ਹੁੰਦੀ ਆ, ਇਹ ਅਸੀਂ ਇੰਪੋਰਟੈਂਟ ਕਹਿ ਸਕਦੇ ਹਾਂ। ਖਿਜਾ ਕਿਹੜੀ ਰੁੱਤ ਹੁੰਦੀ ਆ, ਦੇਖੋ ਖਿਜਾ ਜਦੋਂ ਅਸੀਂ ਕਹਿੰਦੇ ਇੱਕ ਪੱਤਝੜ ਦੀ ਜਿਹੜੀ ਰੁੱਤ ਹੁੰਦੀ ਹੈਗੀ ਆ, ਪੱਤਝੜ ਤੋਂ ਬਾਅਦ ਕੀ ਅੱਗੇ ਜਦੋਂ ਬਸੰਤ ਰੁੱਤ ਆਉਂਦੀ ਹੈਗੀ ਆ, ਬਸੰਤ ਰੁੱਤ ਦੇ ਵਿੱਚ ਕੀ ਆ ਸਾਰੇ ਪਾਸੇ ਜਿਹੜੇ ਫੁੱਲ ਹੈਗੇ ਆ, ਸਾਰੇ ਪੌਦੇ ਜਿਹੜੇ ਹਰਿਆਲੀ ਜਿਹੜੀ ਹੈਗੀ ਆ ਉਹ ਛਾ ਜਾਂਦੀ ਹੈਗੀ ਆ। ਇਹਨਾਂ ਨੇ ਕਿਹਾ ਨਾ ਇੱਥੇ ਕਹਿੰਦੇ ਭਾਈ ਭਾਬੀ ਖਿਜਾਂ ਦੀ ਰੁੱਤ ਜਾ ਆਣ ਪਹੁੰਚੀ, ਭੌਰ ਆਸਰੇ 'ਤੇ ਪਏ ਜਾਲ ਦੇਣ। ਦੇਖੋ ਭੌਰ ਆਸਰੇ ਲੱਭ ਰਹੇ ਆ, ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਬੂਟੇ ਦੇਖੋ ਪੱਤਝੜ ਨਾਲ ਕੀ ਆ ਸੁੱਕ ਜਾਂਦੇ ਆ, ਫਿਰ ਫੁੱਲ ਲੱਗਣ ਨਾਲ ਡਾਲਦੇ ਨਹੀਂ। ਫਿਰ ਉਸ ਤੋਂ ਬਾਅਦ ਕੀ ਆ ਜਿਹੜੀ ਇੱਕ ਰੁੱਤ ਆਉਂਦੀ ਆ ਜਿਸ ਨਾਲ ਇੱਕ ਫੁੱਲਾਂ ਸਾਰੇ ਪਾਸੇ ਜਿਹੜੀ ਹਰਿਆਲੀ ਫਲ ਫੁੱਲ ਆ ਜਿਹੜੇ ਲੱਗਣੇ ਸ਼ੁਰੂ ਹੋ ਜਾਂਦੇ ਹੈਗੇ ਆ। ਆਪਣੇ ਅਕੋਰਡਿੰਗ ਇਹਦੇ ਵਿੱਚ ਆਊਗਾ ਪੱਤਝੜ, ਔਰ ਰੁੱਤ ਦੇ ਅਕੋਰਡਿੰਗ ਜੇਕਰ ਦੇਖਦੇ ਹਾਂ ਤਾਂ ਉਹ ਬਸੰਤ ਰੁੱਤ ਵੀ ਜਿਹੜੀ ਮੰਨ ਸਕਦੇ ਆ। ਇਹ ਆਪਾਂ ਨੂੰ ਜਿਹੜੀ ਫਾਈਨਲ ਆਨਸਰ ਕੀ ਦੇ ਅਕੋਰਡਿੰਗ ਹੀ ਇਹਦਾ ਪਤਾ ਲੱਗਣਾ, ਪਰ ਆਪਣੇ ਅਕੋਰਡਿੰਗ ਜਿਹੜਾ ਇਹਦਾ ਸਹੀ ਆਨਸਰ ਹੈਗਾ ਉਹ ਪੱਤਝੜ ਹੈਗਾ। ਨੈਕਸਟ ਆਪਾਂ ਦੇਖੀਏ ਇਹਦੇ ਵਿੱਚੋਂ ਕੁਐਸਚਨ ਨੰਬਰ 6, ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਤੀਕਾਂ ਦੀ ਭਾਸ਼ਾ ਬਾਰੇ ਸਹੀ ਨਹੀਂ ਹੈਗਾ। ਦੇਖੋ ਹੁਣ ਹੈਗਾ ਪ੍ਰਤੀਕਾਂ ਦੀ ਭਾਸ਼ਾ ਬਾਰੇ ਸਹੀ ਨਹੀਂ ਹੈ। ਹੁਣ ਪ੍ਰਤੀਕਾਂ ਦੀ ਭਾਸ਼ਾ ਦੀ ਵਿਆਕਰਨ ਨਹੀਂ ਹੁੰਦੀ। ਪਹਿਲਾ ਹੈਗਾ ਪ੍ਰਤੀਕਾਂ ਦੀ ਭਾਸ਼ਾ ਦੀ ਵਿਆਕਰਨ ਹੈ। ਪ੍ਰਤੀਕਾਂ ਦੀ ਭਾਸ਼ਾ ਦੀਆਂ ਕਈ ਕਿਸਮਾਂ ਹਨ। ਪ੍ਰਤੀਕਾਂ ਦੀ ਭਾਸ਼ਾ ਇੱਕ ਪ੍ਰਕਿਰਤਕ ਭਾਸ਼ਾ, ਦੇਖੋ ਇਹ ਵੀ ਨਹੀਂ ਆਊਗਾ। ਪ੍ਰਤੀਕਾਂ ਦੀ ਭਾਸ਼ਾ ਦੀ ਵਿਆਕਰਨ ਹੈ, ਹਾਂ ਹੋ ਸਕਦੀ ਹੈ ਵੀ। ਇਹਨਾਂ ਨੇ ਪੁੱਛਿਆ ਸਹੀ ਨਹੀਂ ਹੈਗਾ। ਪ੍ਰਤੀਕਾਂ ਦੀ ਭਾਸ਼ਾ ਦੀਆਂ ਕਈ ਕਿਸਮਾਂ, ਦੇਖੋ ਜਿਹੜਾ ਸਹੀ ਇਹਦੇ ਵਿੱਚੋਂ ਆਨਸਰ ਸਾਨੂੰ ਮਿਲ ਰਿਹਾ ਕਿ ਪ੍ਰਤੀਕਾਂ ਦੀ ਭਾਸ਼ਾ ਦੀ ਵਿਆਕਰਨ ਜਿਹੜੀ ਨਹੀਂ ਹੁੰਦੀ। ਇਹ ਕੁਐਸਚਨ ਸਾਨੂੰ ਗਲਤ ਲੱਗ ਰਿਹਾ ਇਹਦੇ ਵਿੱਚੋਂ। ਇਹ ਸਹੀ ਆਨਸਰ ਆਊਗਾ ਇਸਦਾ 1 ਨੰਬਰ ਦਾ। ਅੱਗੇ ਦੇਖੋ ਵੱਖ-ਵੱਖ ਸਮੂਹਾਂ ਵਿੱਚ ਸਿਖਿਆਰਥੀਆਂ ਨੂੰ ਸਿਖਲਾਈ ਦਾ ਕਾਰਜ ਦਿੱਤਾ ਗਿਆ। ਪਤਾ ਲਗਾਓ ਕਿ ਸ਼ਬਦਾਵਲੀ ਸਿੱਖਣ ਦੀ ਗਤੀਵਿਧੀ ਨੂੰ ਕੀ ਕਿਹਾ ਜਾਂਦਾ ਗਾ। ਹੁਣ ਦੇਖੋ ਇਹਨੂੰ ਕੁਐਸਚਨ ਨੂੰ ਸਮਝਾਂਗੇ ਅਸੀਂ। ਵੱਖ-ਵੱਖ ਸਮੂਹਾਂ ਵਿੱਚ, ਦੇਖੋ ਸਮੂਹਾਂ ਵਿੱਚ ਸਿਖਿਆਰਥੀਆਂ ਨੂੰ ਸਿਖਲਾਈ ਦਾ ਕੰਮ ਦਿੱਤਾ ਗਿਆ। ਪਤਾ ਲਗਾਓ ਕਿ ਸ਼ਬਦਾਵਲੀ ਸਿੱਖਣ ਦੀ ਇਸ ਗਤੀਵਿਧੀ ਨੂੰ ਕੀ ਕਿਹਾ ਜਾਂਦਾ ਗਾ। ਹੇਠ ਲਿਖੇ ਸ਼ਬਦਾਂ ਨਾਲ ਸੰਬੰਧਿਤ ਸ਼ਬਦਾਂ ਅਤੇ ਵਾਕਾਂਸ਼ਾਂ ਦੀ ਚੋਣ ਕਰਨੀ ਆ। ਪਰਿਵਾਰ ਦਾ ਸੰਬੰਧ ਕਿਹਦੇ ਨਾਲ ਆ, ਰਿਸ਼ਤੇਦਾਰਾਂ ਦੇ ਨਾਲ ਆ। ਅਤੇ ਭਾਵ ਹੁਣ ਦੇਖੋ ਇੱਥੇ ਜਿਹੜਾ ਸਾਡੇ ਕੋਲ ਜਿਹੜਾ ਸਹੀ ਜਿਹੜਾ ਆਨਸਰ ਇਸਦਾ ਬਣੂਗਾ, ਜੋ ਆਨਸਰ ਇਸਦਾ ਮਿਲ ਰਿਹਾ ਹੈਗਾ ਉਹ ਦੇਖੋ ਵੱਖ-ਵੱਖ ਸਮੂਹਾਂ ਦੇ ਵਿੱਚ ਇੱਕ ਤਾਂ ਅਸੀਂ ਕਹਿ ਸਕਦੇ ਹਾਂ ਵਿਸ਼ੇਗਤ ਸ਼ਬਦਾਵਲੀ, ਦੂਸਰਾ ਅਸੀਂ ਰੱਖ ਸਕਦੇ ਹਾਂ ਸ਼ਬਦ ਸਮੂਹ ਨੂੰ। ਇਹਨਾਂ ਦੇ ਵਿੱਚ ਇਹ ਜਿਹੜਾ ਡਾਊਟ ਦੇ ਵਿੱਚ ਕੁਐਸਚਨ ਹੈਗਾ, ਕਿਉਂਕਿ ਵੱਖ-ਵੱਖ ਸਮੂਹ ਵਿੱਚ ਸਿਖਿਆਰਥੀਆਂ ਨੂੰ ਸਿਖਲਾਈ ਦਾ ਕੰਮ ਦੇਣ ਲਈ ਜਦੋਂ ਵੱਖ-ਵੱਖ ਸਮੂਹ ਬਣਾਵਾਂਗੇ ਤਾਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਸ਼ਬਦਾਵਲੀ ਜਿਹੜੀ ਦੇ ਸਕਦੇ ਹਾਂ, ਔਰ ਅਸੀਂ ਸ਼ਬਦ ਸਮੂਹਾਂ 'ਤੇ ਵੀ ਜਿਹੜਾ ਉਹਨਾਂ ਨੂੰ ਇੱਕ ਜਿਹੜੀ ਸਿਖਲਾਈ ਦਾ ਕਾਰਜ ਕਰ ਸਕਦੇ ਹੈਗੇ ਹਾਂ। ਕੁਐਸਚਨ ਨੰਬਰ 108, ਵਿਆਕਰਨ ਦੇ ਅਧਿਐਨ ਅਧਿਆਪਨ ਵਿੱਚ ਗਿਆਨ ਦੀ ਪ੍ਰਕਿਰਿਆ ਹੈ। ਕਿਸ ਤਰ੍ਹਾਂ ਦੀ, ਦੇਖੋ ਹੁਣ ਇਹ ਸਿੰਪਲ ਹੈਗਾ, ਇਹਦੇ ਵਿੱਚ ਵੀ ਸਾਨੂੰ ਉਲਝਣ ਦੀ ਲੋੜ ਨਹੀਂ। ਵਿਆਕਰਨ ਦੀ ਗੱਲ ਹੋ ਰਹੀ ਆ, ਉਸਦੇ ਗਿਆਨ ਦੀ ਪ੍ਰਕਿਰਿਆ। ਗਿਆਨ ਕਿੱਥੇ ਅਸੀਂ ਸਿੱਖਦੇ ਹਾਂ, ਵਿਆਕਰਨ ਦੇ ਵਿੱਚ ਕੀ ਸਿੱਖਦੇ ਹਾਂ ਅਸੀਂ, ਨੇਮਾਂ ਨੂੰ ਜਾਣਨਾ। ਨੇਮ ਕੀ ਹੁੰਦੇ ਉਹਦੇ, ਨਿਯਮ, ਠੀਕ ਆ, ਨਿਯਮਾਂ ਨੂੰ ਅਸੀਂ ਜਾਣਦੇ ਹਾਂ ਵਿਆਕਰਨ ਦੇ ਵਿੱਚ। ਇਹਦਾ ਆਨਸਰ ਆ ਜਾਊਗਾ ਪਹਿਲਾ। ਇੱਕ ਸਿਖਿਆਰਥੀ ਵਿਸ਼ੇਸ਼ ਜਾਣਕਾਰੀ ਦਾ ਪਤਾ ਲਗਾਉਣ ਵਾਸਤੇ ਅਖਬਾਰ ਵਿੱਚੋਂ ਖਬਰ ਪੜ੍ਹਦਾ ਹੈ। ਇਸ ਪੜ੍ਹਤ ਨੂੰ ਕੀ ਕਿਹਾ ਜਾਂਦਾ, ਦੇਖੋ ਹੁਣ ਇਸ ਪੜ੍ਹਤ ਨੂੰ ਕੀ ਕਿਹਾ ਜਾਂਦਾ। ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਆਊਗਾ ਪ੍ਰਸ਼ਨ ਨੰਬਰ ਜਿਹੜਾ 109 ਦਾ ਸਹੀ ਆਨਸਰ ਆਊਗਾ ਸਕੈਨਿੰਗ। ਸਕੈਨਿੰਗ ਕਿਉਂ ਆਊਗਾ, ਕਿਉਂਕਿ ਸਕੈਨਿੰਗ ਜਿਹੜਾ ਹੁੰਦਾ ਇਹ ਕਿਸੇ ਖਾਸ ਤੱਥ ਦਾ ਜਿਹੜਾ ਕਿਸੇ ਖਾਸ ਤੱਥ ਦਾ
ਪਤਾ ਲਗਾਉਣ ਲਈ ਮਦਦ ਜਿਹੜੀ ਹੈਗੀ ਇਹ ਕਰਦੀ ਹੈਗੀ ਆ। ਠੀਕ ਹੈ, ਅਤੇ ਇੱਥੇ ਵੀ ਕੀ ਹੈ ਸਾਡੇ ਕੋਲ ਕਿਸੇ ਇੱਕ ਸਿਖਿਆਰਥੀ ਵਿਸ਼ੇਸ਼ ਜਾਣਕਾਰੀ, ਠੀਕ ਹੈ, ਕਿਸੇ ਖਾਸ ਜਾਣਕਾਰੀ ਦਾ ਪਤਾ ਲਾਉਣ ਵਾਸਤੇ ਅਖਬਾਰ ਵਿੱਚ ਕੀ ਕਰਦਾ, ਖਬਰ ਪੜ੍ਹਦਾ ਗਾ। ਠੀਕ ਹੈ, ਕਿਸੇ ਖਾਸ ਤੱਥ ਦਾ ਪਤਾ ਲਗਾਉਣ ਵਿੱਚ ਇਹ ਮਦਦ ਕਰਦੀ ਹੈ, ਜੋ ਸਕੈਨਿੰਗ ਹੈਗੀ ਆ। ਇਹ ਸਹੀ ਆਨਸਰ ਆਊਗਾ ਇਸਦਾ। ਨੈਕਸਟ ਅਸੀਂ ਜਦੋਂ ਪ੍ਰਸ਼ਨ ਦੇਖਦੇ ਹੈਗੇ ਹਾਂ, ਪ੍ਰਸ਼ਨ ਨੰਬਰ 110, ਭਾਸ਼ਾ ਦਾ ਅਧਿਆਪਕ ਅੰਗਰੇਜ਼ੀ ਵਿੱਚ ਕਹਾਣੀ ਸੁਣਾਉਂਦਾ। ਦੇਖੋ ਹੁਣ ਧਿਆਨ ਨਾਲ ਪੜ੍ਹਨਾ। ਭਾਸ਼ਾ ਦਾ ਅਧਿਆਪਕ ਅੰਗਰੇਜ਼ੀ ਦੇ ਵਿੱਚ ਕਹਾਣੀ ਆ ਜਿਹੜੀ ਉਹ ਸੁਣਾਉਂਦਾ ਗਾ। ਉਹ ਸਿਖਿਆਰਥੀ ਨੂੰ ਸਮੂਹ ਦੇ ਵਿੱਚ ਕੰਮ ਕਰਨ ਲਈ ਕਹਿੰਦਾ ਗਾ। ਉਹ ਸਿਖਿਆਰਥੀਆਂ ਨੂੰ ਜੋ ਵੀ ਭਾਸ਼ਾ ਉਹਨਾਂ ਨੂੰ ਆਉਂਦੀ ਹੈਗੀ ਆ, ਦੇਖੋ ਹੁਣ ਇੱਥੇ ਕੀ ਆ, ਉਹਨਾਂ ਦੀ ਜਿਹੜੀ ਭਾਸ਼ਾ, ਜੋ ਭਾਸ਼ਾ ਉਹਨਾਂ ਨੂੰ ਆਉਂਦੀ ਹੈ ਉਸ ਦੇ ਵਿੱਚ, ਅਤੇ ਫਿਰ ਜਮਾਤ ਦੀ ਆਮ ਭਾਸ਼ਾ ਵਿੱਚ। ਠੀਕ ਹੈ, ਜਿਹੜੀ ਦੇਖੋ ਹੁਣ ਕਿੰਨੀਆਂ ਭਾਸ਼ਾ ਹੋ ਗਈਆਂ। ਪਹਿਲਾਂ ਜੋ ਭਾਸ਼ਾ ਉਹਨਾਂ ਨੂੰ ਆਉਂਦੀ ਹੈ, ਵੱਖ-ਵੱਖ ਉਹਨਾਂ ਨੂੰ ਸਮੂਹ ਦੇ ਵਿੱਚ ਕੰਮ ਕਰਨ ਲਈ ਕਹਿੰਦਾ ਗਾ, ਕਿਉਂਕਿ ਸਮੂਹ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜਿਹੜੇ ਵਿਚਰਨ ਵਾਲੇ ਜਿਹੜੇ ਵਿਦਿਆਰਥੀ ਹੋ ਸਕਦੇ ਆ ਨਾ, ਅਤੇ ਸਿਖਿਆਰਥੀਆਂ ਨੂੰ ਜੋ ਭਾਸ਼ਾ ਉਹਨਾਂ ਨੂੰ ਆਉਂਦੀ ਆ ਉਸ ਵਿੱਚ ਫਿਰ ਜਮਾਤ ਦੀ ਆਮ ਭਾਸ਼ਾ ਜਿਹੜੀ ਸਾਰਿਆਂ ਦੀ ਜਿਹੜੀ ਭਾਸ਼ਾ ਦੇ ਵਿੱਚ, ਦੇਖੋ ਜਮਾਤ ਦੇ ਵਿੱਚ ਅਸੀਂ ਇੱਕੋ ਭਾਸ਼ਾ ਦੀ ਵਰਤੋਂ ਕਰਦੇ ਹਾਂ ਨਾ, ਜਦੋਂ ਵੀ ਅਸੀਂ ਜਮਾਤ ਦੇ ਵਿੱਚ ਪੜ੍ਹਾਉਂਦੇ ਹੈਗੇ ਹਾਂ ਤਾਂ ਉੱਥੇ ਇੱਕ ਸਾਂਝੀ ਜਿਹੜੀ ਭਾਸ਼ਾ ਹੁੰਦੀ ਹੈਗੀ ਆ। ਇਸ ਅਧਿਆਪਨ ਦੀ ਯੋਜਨਾ ਨੂੰ ਕੀ ਕਹਿੰਦੇ ਆ? ਇਸ ਨੂੰ ਦੇਖੋ ਇਹਦਾ ਜਿਹੜਾ ਆਨਸਰ ਆਊਗਾ ਬਹੁਭਾਸ਼ੀ ਅਧਿਆਪਨ। ਇਹਦਾ ਜਿਹੜਾ ਦੂਜਾ ਭਾਸ਼ਾ ਪ੍ਰਾਪਤੀ 'ਤੇ ਇਹਨਾਂ ਨੇ ਲਾਇਆ ਹੋਇਆ, ਪਰ ਇਹਦਾ ਜਿਹੜਾ ਸਹੀ ਜਿਹੜਾ ਢੁਕਵਾਂ ਆਨਸਰ ਮਿਲਦਾ ਉਹ ਹੈਗਾ ਬਹੁਭਾਸ਼ੀ ਅਧਿਆਪਨ। ਇਹਦਾ ਆਨਸਰ ਹੈ ਜਿਹੜਾ ਹੋ ਸਕਦਾ 99% ਅਸੀਂ ਇਸ ਨੂੰ ਮੰਨਾਂਗੇ, ਕਿਉਂਕਿ ਬਾਕੀ ਜਦੋਂ ਜਿਹੜੇ ਹੁੰਦਾ ਨਾ, ਜਦੋਂ ਇਹਨਾਂ ਨੇ ਕੁਐਸਚਨ ਬਣਾਉਣੇ ਹੁੰਦੇ ਆ ਤਾਂ ਬੜੇ ਥੋੜ੍ਹੀ ਉਲਝਣਾਂ ਦੇ ਵਿੱਚ ਇਹ ਕੁਐਸਚਨ ਬਣਾਏ ਜਾਂਦੇ ਆ, ਤਾਂ ਕਿ ਸਾਨੂੰ ਸਾਰੇ ਹੀ ਜਿਹੜੇ ਉਹਨਾਂ ਦੇ ਹੈਗੇ ਆ ਇੱਕੋ ਜਿਹੇ ਸਾਨੂੰ ਨਜ਼ਰ ਆਉਣ। ਅੱਗੇ ਅਸੀਂ ਦੇਖਾਂਗੇ ਪ੍ਰਸ਼ਨ ਨੰਬਰ 111, ਕਹਿੰਦੇ 6ਵੀਂ ਜਮਾਤ ਦੀ ਸਿਖਿਆਰਥਣ ਹੈ ਸ਼੍ਰੇਆ। ਸ਼੍ਰੇਆ 6ਵੀਂ ਜਮਾਤ ਦੀ ਸਿਖਿਆਰਥਣ ਹੈ, ਜੋ ਪੰਜਾਬ ਦੇ ਜਲੰਧਰ ਤੋਂ ਤਾਮਿਲਨਾਡੂ ਦੇ ਮਦੁਰਾਈ ਗਈ ਹੈ, ਕਿਉਂਕਿ ਉਸਦੇ ਪਿਤਾ ਦੀ ਬਦਲੀ ਹੋ ਗਈ ਹੈ। ਉਹ ਮਾਂ ਬੋਲੀ ਵਜੋਂ ਪੰਜਾਬੀ ਜਾਣਦੀ ਹੈ। ਸਕੂਲ ਵਿੱਚ ਅੰਗਰੇਜ਼ੀ ਭਾਸ਼ਾ ਉਹ ਦੂਜੀ ਭਾਸ਼ਾ ਵਜੋਂ ਪੜ੍ਹਦੀ ਹੈ। ਉਹ ਆਪਣੇ ਗੁਆਂਢ ਤੋਂ ਤਾਮਿਲ ਬੋਲਣ ਅਤੇ ਪੜ੍ਹਨਾ ਲਿਖਣ ਦੇ ਯੋਗ ਹੋ ਜਾਂਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਉਸਦੀ ਭਾਸ਼ਾਵਾਂ ਦੀ ਜਾਣਕਾਰੀ ਆਧਾਰਿਤ 'ਤੇ ਸਹੀ ਹੈ? ਦੇਖੋ ਸਾਰੀਆਂ 3 ਭਾਸ਼ਾਵਾਂ ਪੰਜਾਬੀ, ਤਾਮਿਲ ਅਤੇ ਅੰਗਰੇਜ਼ੀ ਭਾਸ਼ਾ ਸਿਖਲਾਈ ਦੇ ਤਹਿਤ ਆਉਂਦੀਆਂ ਹਨ। ਸਾਰੀਆਂ 3 ਭਾਸ਼ਾਵਾਂ, ਪੰਜਾਬੀ ਹੋ ਗਿਆ, ਪੰਜਾਬੀ ਦੀ ਉਹ ਪੰਜਾਬ ਦੇ ਵਿੱਚੋਂ ਰਹਿਣ ਵਾਲੀ ਹੈ, ਪੰਜਾਬੀ ਹੈ ਜਿਹੜੀ ਉਸਨੂੰ ਆਉਂਦੀ ਹੈਗੀ ਆ, ਉਹ ਬੋਲੀ ਵਜੋਂ ਪੰਜਾਬੀ ਉਹ ਪਹਿਲਾਂ ਹੀ ਜਾਣਦੀ ਆ। ਤਾਮਿਲ ਅੰਗਰੇਜ਼ੀ ਭਾਸ਼ਾ ਇਹ ਸਿਖਲਾਈ ਦੇ ਤਹਿਤ ਆਉਂਦੀ ਹੈ। ਅੰਗਰੇਜ਼ੀ ਸਕੂਲ ਵਿੱਚ ਅੰਗਰੇਜ਼ੀ ਭਾਸ਼ਾ ਉਹ ਦੂਜੀ ਭਾਸ਼ਾ ਵਜੋਂ ਪੜ੍ਹਦੀ ਹੈ। ਠੀਕ ਆ, ਅਤੇ ਉਹ ਉਸਦੀ ਅੰਗਰੇਜ਼ੀ ਭਾਸ਼ਾ ਪ੍ਰਾਪਤੀ ਅਧੀਨ ਆਉਂਦੀ ਹੈ, ਜਦ ਕਿ ਪੰਜਾਬੀ ਅਤੇ ਤਾਮਿਲ ਭਾਸ਼ਾ ਸਿਖਲਾਈ ਤਹਿਤ ਆਉਂਦੀਆਂ ਹਨ। ਤੀਜਾ, ਪੰਜਾਬੀ ਅਤੇ ਤਾਮਿਲ ਉਸਦੀ ਭਾਸ਼ਾ ਪ੍ਰਾਪਤੀ ਦੇ ਤਹਿਤ ਆਉਂਦੀਆਂ ਹਨ ਅਤੇ ਅੰਗਰੇਜ਼ੀ ਭਾਸ਼ਾ ਸਿਖਲਾਈ ਦੇ ਤਹਿਤ ਆਉਂਦੀਆਂ ਹਨ। ਤਾਮਿਲ ਉਸਦੀ ਭਾਸ਼ਾ ਪ੍ਰਾਪਤੀ ਅਧੀਨ ਆਉਂਦਾ ਹੈ, ਜਦ ਕਿ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਸਿਖਲਾਈ ਦੇ ਤਹਿਤ ਆਉਂਦੀਆਂ ਹਨ। ਦੇਖੋ ਇਹਦਾ ਜਿਹੜਾ ਸਹੀ ਦਾ ਆਨਸਰ ਹੈਗਾ ਪੰਜਾਬੀ ਅਤੇ ਤਾਮਿਲ ਉਸਦੀ ਭਾਸ਼ਾ ਪ੍ਰਾਪਤੀ ਦੇ ਤਹਿਤ ਹੈਗੀਆਂ, ਕਿਉਂਕਿ ਪੰਜਾਬੀ ਉਸਨੂੰ ਆਉਂਦੀ ਆ ਅਤੇ ਅੰਗਰੇਜ਼ੀ ਭਾਸ਼ਾ ਵੀ ਉਸਨੇ ਕੀ ਆ, ਉਸਨੇ ਦੂਜੀ ਭਾਸ਼ਾ ਵਜੋਂ ਪੜ੍ਹ ਰਹੀ ਆ, ਔਰ ਜਿਹੜੀ ਤਾਮਿਲ ਭਾਸ਼ਾ ਉਹ ਵੀ ਉਸਨੇ ਆਪਣੇ ਆਂਢ ਗੁਆਂਢ ਦੇ ਕੋਲੋਂ ਸਿੱਖੀ ਹੋਈ ਹੈ, ਪ੍ਰਾਪਤ ਕਰ ਲਈ ਉਸਨੇ। ਅਤੇ ਭਾਸ਼ਾ ਦੂਸਰੀ ਜਿਹੜੀ ਅੰਗਰੇਜ਼ੀ ਭਾਸ਼ਾ ਉਹ ਸਿੱਖ ਰਹੀ ਹੈਗੀ ਆ। ਤਾਂ ਆਪਾਂ ਗੱਲ ਕਰ ਰਹੇ ਸੀ ਇਹਦੇ ਵਿੱਚ ਕਿ ਆਪਾਂ ਆਨਸਰ ਕੀਤਾ ਸੀ ਜੋ ਪੰਜਾਬੀ ਅਤੇ ਤਾਮਿਲ ਉਸਦੀ ਭਾਸ਼ਾ ਪ੍ਰਾਪਤੀ ਤਹਿਤ ਆਉਂਦਾ। ਦੇਖੋ ਇਹਦੇ ਵਿੱਚੋਂ ਜਦੋਂ ਅਸੀਂ ਇਸ ਨੂੰ ਇੱਕ ਵਾਰ ਫਿਰ ਤੋਂ ਆਪਾਂ ਇਸ ਨੂੰ ਜੇ ਦੇਖੀਏ ਤਾਂ ਪੂਰਾ ਅਧਿਐਨ ਕਰੀਏ ਅਤੇ ਇਹਦਾ ਜਿਹੜਾ ਸਹੀ ਜਿਹੜਾ ਆਨਸਰ ਇਸਦਾ ਜਿਹੜਾ ਲੱਗ ਰਿਹਾ ਉਹ ਸਾਨੂੰ ਸਹੀ ਆਨਸਰ ਮਿਲੂਗਾ, ਕਿਉਂਕਿ ਸਾਰੀਆਂ 3 ਭਾਸ਼ਾਵਾਂ ਪੰਜਾਬੀ, ਤਾਮਿਲ ਅਤੇ ਅੰਗਰੇਜ਼ੀ ਭਾਸ਼ਾ ਸਿਖਲਾਈ ਦੇ ਤਹਿਤ ਆਉਂਦੀਆਂ। ਇਹ ਜਿਹੜਾ ਇਹਦਾ ਸਹੀ ਢੁਕਵਾਂ ਜਿਹੜਾ ਆਨਸਰ ਇਹਦਾ ਆਊਗਾ। ਕਿਉਂਕਿ ਦੇਖੋ ਸ਼੍ਰੇਆ ਕਿਹੜੀ 6ਵੀਂ ਜਮਾਤ ਦੀ ਵਿਦਿਆਰਥਣ ਹੈ ਜੀ, ਕਿਉਂਕਿ ਹਜੇ ਤੱਕ ਕੀ ਆ ਉਹਦੀ ਭਾਸ਼ਾ 'ਤੇ ਪੂਰੀ ਕਮਾਂਡ ਨਹੀਂ ਹੈਗੀ, ਹਜੇ ਤੱਕ ਉਹ ਕੀ ਆ ਸਿੱਖ ਰਹੀ ਆ। ਅਜੇ ਸਾਰੀਆਂ ਭਾਸ਼ਾਵਾਂ ਉਹਦੇ ਸਿਖਲਾਈ ਦੇ ਤਹਿਤ ਆ। ਦੇਖੋ ਆਪਾਂ ਇੱਥੇ ਕੀ ਕਹਿੰਦੇ ਇਹ
ਕਿ ਪੰਜਾਬੀ ਅਤੇ ਤਾਮਿਲ ਉਸਦੀ ਭਾਸ਼ਾ ਪ੍ਰਾਪਤੀ ਦੇ ਤਹਿਤ ਆਉਂਦੀਆਂ ਹਨ। ਠੀਕ ਹੈ, ਵੀ ਮਤਲਬ ਕਿ ਪ੍ਰਾਪਤ ਉਸਨੇ ਕਰ ਲਈਆਂ, ਅੰਗਰੇਜ਼ੀ ਹਜੇ ਸਿੱਖ ਰਹੀ ਹੈ। ਅਤੇ ਇਹਦਾ ਜਿਹੜਾ ਢੁਕਵਾਂ ਜਿਹੜਾ ਆਨਸਰ ਇਹਦਾ ਪਹਿਲਾ ਆਨਸਰ ਬਣੂਗਾ ਸਾਰੀਆਂ 3 ਭਾਸ਼ਾਵਾਂ ਪੰਜਾਬੀ, ਤਾਮਿਲ ਅਤੇ ਅੰਗਰੇਜ਼ੀ ਹਜੇ ਤੱਕ ਸਿਖਲਾਈ ਦੇ ਤਹਿਤ ਹੈਗੀਆਂ। ਨੈਕਸਟ ਜਿਹੜਾ ਆਪਣਾ ਪ੍ਰਸ਼ਨ ਬਣਦਾ ਹੈਗਾ, 7ਵੀਂ ਜਮਾਤ ਦਾ ਇੱਕ ਅਧਿਆਪਕ ਜੋੜਿਆਂ ਦੇ ਕੰਮ ਦੀ ਵਿਧੀ ਕਰਵਾਉਂਦਾ ਗਾ। ਇਸ ਵਿੱਚ ਜੋੜਿਆਂ ਨੂੰ 10 ਵਾਕਾਂ ਦੀ ਇੱਕ ਜਿਹੜੀ ਕਹਾਣੀ ਦਿੱਤੀ ਗਈ ਹੈ। ਇੱਕ ਜੋੜਾ ਪਹਿਲਾ ਵਾਕ ਪੜ੍ਹਦਾ ਹੈ ਅਤੇ ਦੂਜਾ ਜੋੜਾ ਵਾਕਾਂ ਨੂੰ ਲਿਖਦਾ। ਫਿਰ ਕੋਈ ਹੋਰ ਦੂਜਾ ਜੋੜਾ ਜਿਹੜਾ ਵਾਕ ਪੜ੍ਹਦਾ ਹੈ ਅਤੇ ਪਹਿਲਾ ਜੋੜਾ ਵਾਕ ਲਿਖਦਾ ਹੈ। ਇਸੇ ਤਰ੍ਹਾਂ ਜੋੜੇ ਕਹਾਣੀ ਪੂਰੀ ਕਰਦੇ ਹਨ, ਮਗਰੋਂ ਉਹ ਆਪਣੀ ਲਿਖਤ ਦੀ ਜਿਹੜੀ ਉਹਨਾਂ ਨੂੰ ਦਿੱਤੇ ਗਏ ਮੂਲ ਪਾਠ ਨਾਲ ਤੁਲਨਾ ਕਰਦੇ ਨੇ। ਇਸ ਗਤੀਵਿਧੀ ਨੂੰ ਕੀ ਕਿਹਾ ਜਾਂਦਾ ਹੈਗਾ? ਵਾਕ ਲਿਖਵਾਉਣਾ, ਪਰਸਪਰ ਡਿਕਟੇਸ਼ਨ, ਲਿਖਤ ਅਤੇ ਪਰਸਪਰ ਸ਼ਰਵਣ। ਦੇਖੋ ਜਿਹੜਾ ਸ਼ਰਵਣ ਆਊਗਾ, ਸ਼ਰਵਣ ਹੁੰਦਾ ਜਿਹੜਾ ਕਿਸੇ ਚੀਜ਼ ਨੂੰ ਸੁਣਨਾ। ਠੀਕ ਆ, ਪੜ੍ਹਨ ਦੇ ਨਾਲ ਨਾਲ ਉਸ ਚੀਜ਼ ਨੂੰ ਸੁਣਨਾ ਵੀ ਆ ਅਤੇ ਸੁਣ ਕੇ ਉਹ ਕੀ ਆ, ਲਿਖ ਰਹੇ ਆ। ਉੱਧਰੋਂ ਇੱਕ ਬੋਲ ਰਿਹਾ ਅਤੇ ਦੂਜੇ ਪਾਸੇ ਲਿਖਣ ਦਾ ਕੰਮ ਆ ਜਿਹੜਾ ਉਹ ਹੋ ਰਿਹਾ ਗਾ। ਪ੍ਰਸ਼ਨ ਨੰਬਰ 113, ਉਹ ਭਾਸ਼ਾ ਜਿਸ ਦੀ ਵਰਤੋਂ ਅਸੀਂ ਰੋਜ਼ਾਨਾ ਪਰਸਪਰ ਗੱਲਬਾਤ ਲਈ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਗਾ? ਸੰਚਾਰਾਤਮਕ ਕੌਸ਼ਲਾਂ, ਪਰਸਪਰ ਭਾਸ਼ਾਈ ਨਿਪੁੰਨਤਾ, ਗਿਆਨਾਤਮਕ ਅਕਾਦਮਿਕ ਭਾਸ਼ਾ ਦੀ ਨਿਪੁੰਨਤਾ ਅਤੇ ਮੁੱਢਲੀਆਂ ਪਰਸਪਰ ਸੰਚਾਰ ਕੌਸ਼ਲਾਂ। ਦੇਖੋ ਹੁਣ ਇੱਥੇ ਪ੍ਰਸ਼ਨ ਕੀ ਗਾ, ਉਹ ਭਾਸ਼ਾ ਜਿਸ ਦੀ ਵਰਤੋਂ ਅਸੀਂ ਰੋਜ਼ਾਨਾ ਰੋਜ਼ਾਨਾ ਕੀ ਆ, ਪਰਸਪਰ ਗੱਲਬਾਤ ਲਈ ਕਰਦੇ ਹਾਂ ਅਤੇ ਉਸਨੂੰ ਕੀ ਆ, ਉਹਨੂੰ ਮੁੱਢਲੀਆਂ ਪਰਸਪਰ ਸੰਚਾਰ ਕੌਸ਼ਲਾਂ ਕਿਹਾ ਜਾਊਗਾ, ਕਿਉਂਕਿ ਅਸੀਂ ਰੋਜ਼ਾਨਾ ਦੀ ਵਰਤੋਂ ਗੱਲ ਕਰ ਰਹੇ ਹਾਂ ਨਾ। ਅਤੇ ਮੁੱਢਲਾ ਸਾਡਾ ਜਿਹੜਾ ਬਣਦਾ ਗਾ ਮੁੱਢਲੀਆਂ ਪਰਸਪਰ ਸੰਚਾਰ ਕੌਸ਼ਲਾਂ। ਸੈਕੰਡਰੀ 114 ਨੰਬਰ ਪ੍ਰਸ਼ਨ ਹੈਗਾ, ਸੈਕੰਡਰੀ ਪੱਧਰ ਉੱਤੇ ਇੱਕ ਅਧਿਆਪਕ ਇੱਕ ਪਾਠ ਕਹਾਣੀ ਦੇ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਇਸ ਨੂੰ ਪੜ੍ਹ ਕੇ ਕਹਾਣੀ ਵਿਚਾਰ ਸ਼ਕਤੀ ਅਤੇ ਤਰਕ ਦੇ ਨਾਲ ਪਾਠ ਦੇ ਅਰਥਾਂ ਅਤੇ ਵਿਚਾਰਾਂ ਉੱਤੇ ਚਰਚਾ ਕਰਨ। ਅਧਿਆਪਕ ਸਿਖਿਆਰਥੀਆਂ ਵਿੱਚ ਕਿਹੜਾ ਵਿਕਾਸ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈਗਾ? ਤਾਂ ਇਹ ਕਰ ਰਹੇਗਾ ਆਲੋਚਨਾਤਮਕ ਵਿਕਾਸ, ਭਾਸ਼ਾ ਕੌਸ਼ਲਾਂ ਦਾ ਉੱਚ ਕਰਮ, ਆਲੋਚਨਾਤਮਕ ਸਾਖਰਤਾ ਕੌਸ਼ਲ ਅਤੇ ਆਲੋਚਨਾਤਮਕ ਅਧਿਐਨ ਵਿਧੀ। ਸਹੀ ਜਿਹੜਾ ਦਾ ਆਨਸਰ ਆਊਗਾ ਆਲੋਚਨਾਤਮਕ ਭਾਸ਼ਾਈ ਵਿਕਾਸ ਆ। ਪ੍ਰਸ਼ਨ ਨੰਬਰ 115 ਹੈਗਾ, ਅਧਿਆਪਨ ਦੀ ਇੱਕ ਵਿਧੀ ਜਿਸ ਵਿੱਚ ਇੱਕ ਅਧਿਆਪਕ ਅਤੇ ਵੱਖ-ਵੱਖ ਭੂਮਿਕਾਵਾਂ ਨਾਲ ਇੱਕ ਸਹਿਯੋਗੀ ਸਿਖਿਆਰਥੀ ਸਮੂਹ ਤੋਂ 4 ਵਿਦਿਆਰਥੀ ਹਨ। ਪਾਠ ਦੇ ਪਹਿਰੇ ਉੱਤੇ ਸੰਵਾਦ ਹੁੰਦਾ ਗਾ। ਹੁਣ ਇੱਥੇ ਧਿਆਨ ਰੱਖਾਂਗੇ ਅਸੀਂ ਕੀ ਹੋ ਰਿਹਾ, ਸੰਵਾਦ ਹੋ ਰਿਹਾ ਪਾਠ ਦੇ ਪਹਿਰੇ ਉੱਤੇ। ਇਸ ਰਾਹੀਂ ਬਦਲਵੇਂ ਵਿਕਾਸ ਦਾ ਇੱਕ ਜ਼ੋਨ ਖੁੱਲ੍ਹਦਾ ਹੈ ਜਿਸ ਨਾਲ ਪੜ੍ਹਨ ਦੀ ਸਮਝ ਵਿੱਚ ਸੁਧਾਰ ਹੁੰਦਾ ਹੈ। ਦੇਖੋ ਜਿਹੜੇ ਵੀ ਪ੍ਰਸ਼ਨ ਜੋ ਪੈਡਾਗੋਜੀ ਦੇ ਆਏ ਹੋਏ ਆ, ਇਹ ਸਾਰੇ ਪਹਿਲਾਂ ਕੀਤੇ ਹੀ ਹੋਏ ਆ, ਕਰਵਾਏ ਹੋਏ ਆ। ਬਸ ਗੱਲ ਇੱਥੇ ਹੈਗੀ ਆ ਵੀ ਥੋੜ੍ਹਾ ਜਿਹਾ ਇਹਨਾਂ ਨੇ ਕੀ ਇੱਥੇ ਅਲੱਗ ਤੋਂ ਥੋੜ੍ਹਾ ਜਿਹਾ ਇਸ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜਾ ਪੇਪਰ ਹੈਗਾ ਪਾਇਆ ਹੋਇਆ ਹੈਗਾ, ਔਰ ਉਲਝਣ ਦੇ ਵਿੱਚ ਬਣਾ ਕੇ ਪਾਇਆ ਹੋਇਆ। ਔਰ ਸਾਨੂੰ ਦੇਖੋ ਸਮਝਣ ਦੀ ਲੋੜ ਹੁੰਦੀ ਆ ਸਾਰਾ ਪਹਿਲਾਂ ਆਪਾਂ ਵਾਰਤਾਲਾਪ ਵਿਧੀ ਦੇ ਵਿੱਚ ਕੀਤਾ ਹੋਇਆ ਗਾ। ਇਸ ਰਾਹੀਂ ਬਦਲਵੇਂ ਵਿਕਾਸ ਦਾ ਜ਼ੋਨ ਖੁੱਲ੍ਹਦਾ ਜਿਸ ਨਾਲ ਪੜ੍ਹਨ ਦੀ ਸਮਝ ਵਿੱਚ ਸੁਧਾਰ ਹੁੰਦਾ। ਇਸ ਵਿਧੀ ਤੋਂ ਡੈਸ਼ ਦਾ ਸੰਕੇਤ ਮਿਲਦਾ। ਕਿਹੜੀ ਆ? ਦੇਖੋ ਸੰਵਾਦ ਜਦੋਂ ਕੀ ਹੁੰਦਾ, ਅਧਿਆਪਨ ਇੱਕ ਵਿਧੀ ਵਿੱਚ ਅਧਿਆਪਕ ਅਤੇ ਵੱਖ-ਵੱਖ ਭੂਮਿਕਾ। ਹੁਣ ਸਹਿਯੋਗੀ ਸਿਖਿਆਰਥੀ ਸਮੂਹ ਤੋਂ 4 ਵਿਦਿਆਰਥੀ ਆ, ਅਤੇ 4 ਕੀ ਹੈਗੇ ਇਹਦੇ ਵਿੱਚ ਵਿਦਿਆਰਥੀ ਆ। ਕੀ ਹੋ ਰਿਹਾ ਇਹਦੇ ਵਿੱਚ? ਸੰਗਠਿਤ ਪਹੁੰਚ ਹੋ ਰਹੀ ਆ ਕਿੱਥੋਂ ਤੱਕ? ਪਹਿਰੇ 'ਤੇ। ਠੀਕ ਹੈ, ਪਹਿਰੇ 'ਤੇ ਸੰਗਠਿਤ ਪਹੁੰਚ ਹੋ ਰਹੀ ਆ, ਉਸ ਰਾਹੀਂ ਸੰਵਾਦ ਆ ਜਿਹੜਾ ਹੋ ਰਿਹਾ ਉਸ 'ਤੇ। ਨੈਕਸਟ ਇਹਦੇ ਵਿੱਚ ਆਊਗਾ ਰੈਜ਼ੀਡੀਅਲ ਅਧਿਆਪਨ। ਦੇਖੋ ਰੈਜ਼ੀਡੀਅਲ ਅਧਿਆਪਨ ਇਹਦੇ ਵਿੱਚ ਕੀ ਆਊਗਾ, ਸਿਖਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣੇ ਅਧਿਆਪਨ ਸਿਖਲਾਈ ਦੀਆਂ ਯੋਜਨਾਵਾਂ ਨੂੰ ਸਮਝਣਾ ਅਤੇ ਬਦਲਣਾ ਅਤੇ ਸੁਧਾਰਨਾ ਹੋਵੇਗਾ। ਸਿਖਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਸ਼ਾ ਦੇ ਪੇਪਰ ਵਿੱਚ ਇਮਤਿਹਾਨ ਵਿੱਚ ਅੰਕ ਦਿਵਾਉਣਾ ਹੋਊਗਾ? ਨਹੀਂ। ਸਿਖਿਆਰਥੀ ਜਿਨ੍ਹਾਂ ਨੂੰ ਭਾਸ਼ਾ ਦੀ ਸਿਖਲਾਈ ਦੇ ਕੁਝ ਪੱਖਾਂ ਉੱਤੇ ਧਿਆਨ ਦੇਣ ਦੀ ਲੋੜ ਹੈ? ਨਹੀਂ। ਤਾਂ ਅਧਿਆਪਕ ਜਿਨ੍ਹਾਂ ਨੂੰ ਭਾਸ਼ਾ ਸਿਖਲਾਈ ਲਈ ਕਿਸੇ ਵਿਦਿਆਰਥੀ ਵਾਸਤੇ ਆਪਣੇ ਅਧਿਆਪਨ ਵਿੱਚ ਸੁਧਾਰ ਦੀ ਲੋੜ ਹੈ? ਨਹੀਂ। ਸਹੀ ਆਨਸਰ ਇਹਦਾ ਜਿਹੜਾ ਫਸਟ ਵਾਲਾ ਆਊਗਾ, ਕਿਉਂਕਿ ਇੱਕ ਵਾਰ ਅਸੀਂ ਇਹ ਵੀ ਹੁੰਦਾ ਜਦੋਂ ਸਾਨੂੰ ਜਮਾਂ ਨਾ ਕੁਛ ਆਉਂਦਾ ਹੋਵੇ ਨਾ ਕੋਈ ਵੀ, ਤਾਂ ਇਹਦੀ ਜੱਜਮੈਂਟ ਇਹ ਹੁੰਦੀ ਹੈ ਵੀ ਜਿਹੜਾ ਵੀ ਜ਼ਿਆਦਾ ਲੰਬਾ ਹੋਵੇ ਨਾ ਉਸ 'ਤੇ ਜਿਹੜਾ ਜਾ ਕੇ ਤੁਸੀਂ ਜਿਹੜਾ ਉਸਨੂੰ ਤੁੱਕਾ ਵੀ ਲਾਉਣਾ ਹੋਵੇ ਤਾਂ ਉਸ 'ਤੇ ਲਾ ਸਕਦੇ ਆ ਤੁਸੀਂ। ਔਰ ਇਹ 99% ਜਿਹੜਾ ਹੁੰਦਾ ਗਾ ਉਹ
ਬਿਲਕੁਲ ਸਹੀ ਹੁੰਦਾ ਗਾ। ਪਰਸਪਰ ਭਾਸ਼ਾਈ ਪਛਾਣ ਕੀ ਹੈ? ਪਰਸਪਰ ਭਾਸ਼ਾਈ ਪਛਾਣ ਸਿਖਿਆਰਥੀ ਦਾ ਵਿਚਾਰ ਕਿ ਦੇਸੀ ਭਾਸ਼ਾ ਦਾ ਗਿਆਨ ਦੂਜੀ ਭਾਸ਼ਾ ਦੀ ਸਿਖਲਾਈ ਵਿੱਚ ਰੁਕਾਵਟ ਬਣਦਾ ਹੈ? ਨਹੀਂ, ਇਹ ਨਹੀਂ ਆਊਗਾ। ਸਿਖਿਆਰਥੀ ਦੀ ਸਮਝ ਕੇ ਵੱਖ-ਵੱਖ ਭਾਸ਼ਾਵਾਂ ਦੀ ਸਿਖਲਾਈ ਨਾਲ ਵੱਖ-ਵੱਖ ਯੋਗਤਾਵਾਂ ਆਉਂਦੀਆਂ ਹਨ। ਇਹ ਥੋੜ੍ਹਾ ਢੁਕਵਾਂ ਲੱਗ ਰਿਹਾ ਸਾਨੂੰ। ਸਿਖਿਆਰਥੀ ਦਾ ਜਿਹੜਾ ਵਿਚਾਰ ਕਿ ਕੁਝ ਦੇਸੀ ਭਾਸ਼ਾ ਵਿੱਚ ਅਤੇ ਕੁਝ ਲਕਸ਼ਿਤ ਭਾਸ਼ਾ ਵਿੱਚ ਸਮਾਨਤਾ ਹੁੰਦੀ ਹੈ। ਸਿਖਿਆਰਥੀ ਦਾ ਵਿਚਾਰ ਕਿ ਕੁਝ ਦੇਸੀ ਭਾਸ਼ਾ ਵਿੱਚ ਅਤੇ ਕੁਝ ਲਕਸ਼ਿਤ ਭਾਸ਼ਾ ਵਿੱਚ ਅਸਮਾਨਤਾ। ਤਾਂ ਸਹੀ ਆਨਸਰ ਇਹਦਾ ਆਊਗਾ 2। ਸਿਖਿਆਰਥੀ ਸਮਝ ਵਿੱਚ ਵੱਖ-ਵੱਖ ਭਾਸ਼ਾਵਾਂ ਦੀ ਸਿਖਲਾਈ ਨਾਲ ਵੱਖ-ਵੱਖ ਯੋਗਤਾਵਾਂ ਆਉਂਦੀਆਂ ਹਨ। ਨੈਕਸਟ ਜਿਹੜਾ ਹੈਗਾ ਪ੍ਰਸ਼ਨ ਨੰਬਰ 118, ਕਹਿੰਦੇ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਕੋਝੀਕੋਡ ਵਿਖੇ ਬੋਲੀ ਜਾਣ ਵਾਲੀ ਮਲਿਆਲੀ ਉਸੇ ਥਾਂ ਹੋਰਨਾਂ ਵੱਲੋਂ ਬੋਲੀ ਜਾਣ ਵਾਲੀ ਮਲਿਆਲੀ ਨਾਲੋਂ ਵੱਖਰੀ ਹੈ। ਵਿਸ਼ੇਸ਼ ਭਾਈਚਾਰੇ ਵੱਲੋਂ ਬੋਲੀ ਜਾਣ ਵਾਲੀ ਮਲਿਆਲੀ ਨੂੰ ਕੀ ਕਿਹਾ ਜਾਂਦਾ ਗਾ? ਦੇਖੋ ਵਿਸ਼ੇਸ਼, ਹੁਣ ਇੱਥੇ ਵੀ ਆਪਾਂ ਜਦੋਂ ਗੱਲ ਕਰਦੇ ਹਾਂ ਉਪਭਾਸ਼ਾਵਾਂ ਦੀ, ਕਿਸੇ ਜਿਹੜੀ ਸੀਮਿਤ ਖੇਤਰ ਦੇ ਵਿੱਚ ਜਿਹੜੀ ਬੋਲੀ ਜਾਣ ਵਾਲੀ ਭਾਸ਼ਾ ਹੁੰਦੀ ਆ ਉਸ ਨੂੰ ਆਪਾਂ ਬੋਲ ਦਿੰਦੇ ਹਾਂ, ਠੀਕ ਹੈ, ਖੇਤਰ ਦੇ ਵਿੱਚ, ਕਿਸੇ ਸੀਮਿਤ ਖੇਤਰ ਵਿੱਚ ਉਹ ਉਪਭਾਸ਼ਾ ਹੁੰਦੀ ਗਈ ਆ। ਤਾਂ ਮਲਿਆਲੀ ਦੀ ਇਹ ਕਿਹੜੀ ਉਪਭਾਸ਼ਾ ਹੋ ਗਈ? ਖੇਤਰੀ ਉਪਭਾਸ਼ਾ ਹੋ ਗਈ। 119 ਨੰਬਰ ਜਿਹੜਾ ਪ੍ਰਸ਼ਨ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਤ੍ਰਿਤ ਪੜ੍ਹਤ ਦਾ ਮਕਸਦ ਨਹੀਂ ਹੈ? ਵਿਆਕਰਨ ਦੇ ਸਿੱਖਣ ਲਈ ਪਾਠ, ਆਨੰਦ ਲਈ ਪਾਠ, ਪ੍ਰਸ਼ੰਸਾ ਲਈ ਪਾਠ, ਅਨੁਮਾਨ ਲਗਾਉਣ ਲਈ ਪੜ੍ਹਤ। ਇਹਦਾ ਜਿਹੜਾ ਸਹੀ ਆਨਸਰ ਆਊਗਾ ਇਹਦਾ। ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਤ੍ਰਿਤ ਹੁੰਦਾ ਜਿਹੜਾ ਵਿਸ਼ਾਲ, ਠੀਕ ਆ, ਵਿਸਤ੍ਰਿਤ ਪਾਠ ਪੜ੍ਹਤ ਜਿਹੜੀ ਦਾ ਮਕਸਦ ਨਹੀਂ ਹੈਗਾ। ਦੇਖੋ ਵਿਆਕਰਨ ਸਿੱਖਣ ਲਈ ਪਾਠ ਜ਼ਰੂਰੀ ਹੈ, ਆਨੰਦ ਲਈ ਪਾਠ ਜਿਹੜਾ ਪੜ੍ਹਿਆ ਜਾ ਸਕਦਾ ਜ਼ਰੂਰੀ ਹੈ, ਪ੍ਰਸ਼ੰਸਾ ਦੇ ਲਈ ਵੀ ਪਾਠ ਜਿਹੜਾ ਜ਼ਰੂਰੀ ਹੈ ਪੜ੍ਹਿਆ ਜਾ ਸਕਦਾ ਗਾ, ਪਰ ਅਨੁਮਾਨ ਲਗਾਉਣ ਦੇ ਲਈ ਇਕੱਲਾ ਜਿਹੜਾ ਪਾਠ ਪੜ੍ਹਨਾ ਇਹ ਜਿਹੜਾ ਢੁਕਵਾਂ ਆਨਸਰ ਨਹੀਂ ਹੈਗਾ। ਹੇਠ ਲਿਖਿਆਂ ਵਿੱਚੋਂ ਕਿਹੜੀ ਤ੍ਰੈ ਭਾਸ਼ੀ ਫਾਰਮੂਲੇ ਬਾਰੇ ਸਹੀ ਹੈ? ਤ੍ਰੈ ਭਾਸ਼ਾਈ ਫਾਰਮੂਲਾ, 3 ਭਾਸ਼ਾਈ ਫਾਰਮੂਲਾ, ਮਾਂ ਬੋਲੀ, ਘਰੇਲੂ ਭਾਸ਼ਾ ਅਤੇ ਪਹਿਲੀ ਭਾਸ਼ਾ ਵਜੋਂ ਹਿੰਦੀ। ਘਰੇਲੂ ਭਾਸ਼ਾ ਮਾਂ ਬੋਲੀ, ਘਰੇਲੂ ਭਾਸ਼ਾ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ। ਮਾਂ ਬੋਲੀ, ਘਰੇਲੂ ਭਾਸ਼ਾ ਪਹਿਲੀ ਭਾਸ਼ਾ ਵਜੋਂ ਖੇਤਰੀ ਭਾਸ਼ਾ। ਅੰਗਰੇਜ਼ੀ, ਹਿੰਦੀ, ਘਰੇਲੂ ਭਾਸ਼ਾ ਅਤੇ ਪਹਿਲੀ ਭਾਸ਼ਾ ਵਜੋਂ ਸਥਾਨਕ ਭਾਸ਼ਾ। ਹੁਣ ਦੇਖੋ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਜਦੋਂ ਤ੍ਰੈ ਭਾਸ਼ੀ ਦਾ ਫਾਰਮੂਲਾ ਹੁੰਦਾ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਕਰਦੇ ਹੁੰਦੇ ਹਾਂ, ਤਾਂ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਕਿ ਦੂਜੀਆਂ ਭਾਸ਼ਾਵਾਂ ਦੀ ਗੱਲ ਕਰਦੇ ਹਾਂ। ਦੇਖੋ ਪਹਿਲੀ ਭਾਸ਼ਾ ਹੋ ਗਈ, ਇਹਦੇ 'ਚ ਮਾਂ ਬੋਲੀ ਹੋ ਗਈ, ਘਰੇਲੂ ਭਾਸ਼ਾ ਅਤੇ ਫਿਰ ਉਸ ਤੋਂ ਬਾਅਦ ਖੇਤਰੀ ਭਾਸ਼ਾ ਜਿਹੜੀ ਆ ਜਾਂਦੀ ਆ ਉਸ ਦੀ ਅਸੀਂ ਗੱਲ ਕਰਦੇ ਹਾਂ। ਅਤੇ ਇਹਦਾ ਜਿਹੜਾ ਸਹੀ ਆਨਸਰ ਆਊਗਾ 3 ਨੰਬਰ ਆਊਗਾ। ਤਾਂ ਇਹ ਸੀ ਜਿਹੜਾ ਪੰਜਾਬੀ ਦਾ ਜਿਹੜਾ ਸੀ ਵਿਸ਼ੇਸ਼ ਇੱਕ ਆਨਸਰ ਕੀ ਹੈਗੀ ਆ। ਦੇਖੋ ਫਾਈਨਲ ਜਿਹੜੀ ਆਨਸਰ ਕੀ ਹੁੰਦੀ ਆ ਉਸ ਦੇ ਅਕੋਰਡਿੰਗ ਅਤੇ ਇਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਦੇਖਣ ਨੂੰ ਮਿਲੇਗਾ, ਕਿਉਂਕਿ ਵਿੱਚ ਕੁਝ ਕੁ ਜਿਹੜੇ ਸਵਾਲ ਹੈਗੇ ਜਿਹੜੇ ਕਿ ਸਾਡੇ ਜਿਹੜੇ ਕਿ ਡਾਊਟ ਦੇ ਵਿੱਚ ਰਹਿਣ ਵਾਲੇ ਹੈਗੇ ਆ। ਹੁਣ ਆਪਾਂ ਦੇਖੋ ਇਹ ਜਿਹੜੀ ਗੱਲ ਕਰਾਂਗੇ ਕਿ ਇਸ ਤੋਂ ਵੀ ਪਹਿਲਾਂ ਜਿਹੜੇ ਪੇਪਰ ਹੋਏ ਆ ਸੀਟੈਟ ਦੇ ਬਾਅਦ ਜਿੰਨੇ ਵੀ ਇਸ ਤੋਂ ਪਹਿਲਾਂ ਐਗਜ਼ਾਮ ਹੋ ਗਏ ਉਹਨਾਂ ਦੇ ਵਿੱਚ ਜੋ ਆਪਾਂ ਹੁਣ ਤੱਕ ਦੀਆਂ ਕਲਾਸਾਂ ਦੇ ਵਿੱਚ ਜੋ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਹੀ ਸਾਰਾ ਜਿਹੜਾ ਪੇਪਰ ਹੈਗਾ ਉਹ ਬਣ ਕੇ ਵਾਰ-ਵਾਰ ਆਇਆ। ਬਸ ਪੇਪਰ ਨੂੰ ਥੋੜ੍ਹਾ ਜਿਹਾ ਘੁਮਾ ਫਿਰਾ ਕੇ ਪਾਇਆ ਜਾ ਰਿਹਾ ਹੈਗਾ, ਠੀਕ ਆ। ਚਲੋ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਪੇਪਰ ਹੈਗਾ ਉਹ ਬਹੁਤ ਹੀ ਵਧੀਆ ਅਤੇ ਜਿਹੜਾ ਢੰਗ ਦੇ ਨਾਲ ਹੋਇਆ ਹੋਣਾ, ਔਰ ਇੱਕ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਪੇਪਰ ਹੈਗਾ ਸਾਰਿਆਂ ਦਾ ਕੁਆਲੀਫਾਈ ਹੋਵੇ। ਧੰਨਵਾਦ।